ਅਸੀਂ ਤੈਨੂੰ ਸ਼ੋਰੂਮ ਹੁਣ ਚਲਾ ਕੇ ਦੱਸਾਂਗੇ, ਆਓ ਤੂੰ ਮੇਰੇ ਤੋਂ ਬਗੈਰ ਟੁਰ ਕੇ ਦੱਸ, ਆਓ ਮੱਥੇ ਰੰਗ ਦਿਆਂਗਾ। ਸ਼ਹਿਜ਼ਾਦ ਡੋਗਰ ਤੇ ਬਾਬੂ ਭਾਈ ਅੱਜ ਕੱਲ ਸੋਸ਼ਲ ਮੀਡੀਆ ਤੇ ਟਾਪ ਟ੍ਰੈਂਡ ਬਣੇ ਪਏ ਨੇ। ਬੜੇ ਬੜੇ ਰੋਲੇ ਨੇ, ਕੋਈ ਇਧਰੋਂ ਤੀਰ ਚਲਾ ਰਿਹਾਗਾ, ਕੋਈ ਇਧਰੋਂ ਤਲਵਾਰ ਚਲਾ ਰਿਹਾਗਾ, ਬੜ ਬੜੀਆਂ ਗੱਲਾਂ, ਬੜ ਬੜੀਆਂ ਬਾਤਾਂ। ਆਓ ਅਸੀਂ ਤੈਨੂੰ ਸ਼ੋਰੂਮ ਹੁਣ ਚਲਾ ਕੇ ਦੱਸਾਂਗੇ, ਆਓ ਤੂੰ ਮੇਰੇ ਤੋਂ ਬਗੈਰ ਟੁਰ ਕੇ ਦੱਸ, ਆਓ ਮੱਥੇ ਰੰਗ ਦਿਆਂਗਾ। ਆਪਣੇ ਆਪਣੇ ਡਾਇਲਾਗ ਸੋਸ਼ਲ ਮੀਡੀਆ ਤੇ ਸੁਣ ਸੁਣ ਕੇ ਅਸੀਂ ਰੱਜ ਗਏਆਂਗੇ। ਮੇਰਾ ਸੱਚੀ ਗੱਲ ਹੈ ਕਿ ਸ਼ਹਿਜ਼ਾਦ ਮੋਟਰ ਨਾਲ ਕੋਈ ਰਾਬਤਾ ਨਹੀਂ ਹੈ, ਕਦੀ ਕੋਈ ਗੱਡੀ ਨਹੀਂ ਖਰੀਦੀ, ਨਾ ਹੀ ਕਦੇ ਕੋਈ ਪਰਸਨਲ ਰਾਬਤਾ ਹੋਇਆਗਾ, ਕੋਈ WhatsApp ਤੇ, ਕੋਈ ਮੈਸੇਜ ਤੇ, ਕਾਲ ਤੇ। ਲੇਕਿਨ ਫੇਸਬੁੱਕ ਜਿਹੜੀ ਹੈ ਨਾ ਉਹ ਇੱਕ ਗਲੋਬਲ ਵਿਲੇਜ ਹੈ। ਜਿਹੜੇ ਲੋਕ ਫੇਸਬੁੱਕ ਇਸਤੇਮਾਲ ਕਰਦੇ ਨੇ ਨਾ, ਤੁਸੀਂ ਤੇ ਇਹਨੂੰ ਫੇਸਬੁੱਕ ਇਸ ਟੂਲ ਨੂੰ ਕਹਿੰਦੇ ਹੋ ਨਾ, ਲੇਕਿਨ ਮੈਂ ਪਤਾ ਕੀ ਕਹਿਣਾ, ਮੇਰੇ ਨਜ਼ਰ ਦੇ ਮੁਤਾਬਕ, ਮੇਰੀ ਸੋਚ ਦੇ ਮੁਤਾਬਕ ਇਹ ਚਿਹਰੇ ਪੜ੍ਹਨ ਦੀ ਇੱਕ ਕਿਤਾਬ ਹੈ। ਯਾਨੀ ਫੇਸ, ਚਿਹਰਾ, ਬੁੱਕ, ਕਿਤਾਬ, ਕਿ ਲੋਕਾਂ ਦੇ ਚਿਹਰੇ ਪੜ੍ਹਨ ਦੀ ਇੱਕ ਕਿਤਾਬ ਹੈਗੀ। ਇਹ ਬੜਾ ਚੰਗਾ ਹੈ ਕਿਸੇ ਵੀ ਬੰਦੇ ਨੂੰ ਜਾਣਨਾ ਹੋਵੇ ਨਾ, ਪਹਿਚਾਣਨਾ ਹੋਵੇ। ਮੇਰੀ ਗੱਲ ਬੜੀ ਕੰਮ ਦੀ ਲਗਾ, ਜੇ ਕਰਨ ਗੌਰ ਨਾਲ ਸੁਣਿਓ। ਤੁਸੀਂ ਕਿਸੇ ਵੀ ਬੰਦੇ ਦਾ, ਬਲਕਿ ਮੈਂ ਤੇ ਇੱਕ ਦੋਸਤ ਨੂੰ ਕਿਹਾ ਸੀ, ਮੈਂ ਯਾਰ ਕੋਈ ਰਿਸ਼ਤਾ ਨਾਤਾ ਕਰਨਾ, ਲੈਣ ਦੇਣ ਕਰਨਾ ਹੋਵੇ ਨਾ, ਤੇ ਤੁਸੀਂ ਉਸ ਮੁੰਡੇ ਦੀ ਵਾਲ ਦੇਖ ਲਓ, ਉਹਦੀ ਫੇਸਬੁੱਕ ਫਰੋਲੋ, ਉਹ ਕੋਈ 6 ਮਹੀਨੇ ਦੀ ਉਹਦੇ ਪੋਸਟਾਂ ਵੇਖ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਬੰਦਾ ਕਿਸ ਚੀਜ਼ 'ਚ ਦਿਲਚਸਪੀ ਰੱਖਦਾ ਹੈਗਾ, ਇਹ ਬੰਦਾ ਕਿਸ ਲੈਵਲ ਦਾ ਹੈਗਾ। ਯਾਨੀ ਕਿ ਕਿੰਨਾ ਕਿ ਮੁਹੱਜ਼ਬ ਹੈ, ਕਿੰਨਾ ਕੁ ਗੈਰ ਮੁਹੱਜ਼ਬ ਹੈ, ਕਿੰਨਾ ਚੀਜ਼ਾਂ 'ਚ ਇਹਦੀ ਦਿਲਚਸਪੀ ਹੈਗੀ, ਕਿੰਨਾ 'ਚ ਨਹੀਂ। ਫੇਸਬੁੱਕ ਵੀ ਜਿਹੜਾ ਹੈ ਨਾ ਉਹ ਬੰਦਾ, ਮੈਂ ਕਹਿੰਦਾ ਕਿ ਨਚੋੜ ਕੇ ਰੱਖ ਛੱਡਦੀ ਹੈਗੀ। ਇਲੈਕਟ੍ਰੋਨਿਕ ਮੀਡੀਆ ਹੈ ਨਾ, ਉੱਥੇ ਬੰਦਾ ਕਾਊਂਟਰ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਕੋ ਬਵੇ ਝੂਠ ਸੁਣਾ ਕੇ ਆ ਜੇ, ਉਹਨੂੰ ਜਵਾਬ ਦੇਣ ਲਈ ਕੋਈ ਬੰਦਾ ਨਹੀਂ ਹੈ। ਲੇਕਿਨ ਫੇਸਬੁੱਕ ਜਿਹੜੀ ਹੈਗੀ ਨਾ, ਉਹ ਜਿਹੜਾ ਬੰਦਾ ਇੱਧਰ ਉੱਧਰ ਦੀਆਂ ਕਰਨ, ਉਹਦਾ ਪੂਰਾ ਇਤਸਾਬ ਕਰ ਛੱਡਦੀ ਹੈਗੀ। ਡੋਗਰ ਮੇਰੀ ਸੱਚੀ ਗੱਲ ਹੈ, ਮੈਂ ਤੁਹਾਨੂੰ ਪਹਿਲੇ ਦੱਸਿਆਗਾ, ਮੇਰਾ ਕੋਈ ਤਲਕ ਨਹੀਂ, ਉਹ ਕਿੱਥੇ ਬਿੰਬਰ ਆਜ਼ਾਦ ਕਸ਼ਮੀਰ ਤੇ ਕਿੱਥੇ ਲਾਹੌਰ ਜਾਂ ਪਤਾ ਨਹੀਂ ਕਿੱਥੇ ਦੇ ਰਹਿਣ ਵਾਲੇ ਨੇ। ਬਹਰਹਾਲ ਸੱਚੀ ਬਾਤ ਹੈ, ਜੋ ਮੈਂ ਹਰ ਬੰਦੇ ਦੀ ਨਾ, ਜਿਹੜਾ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਸ਼ਖਸੀਅਤਾਂ ਨੇ, ਮੇਰੇ ਕੋਲ ਸਾਰਿਆਂ ਦੀ ਇੱਕ ਬੋਤਲ ਹੈਗੀ। ਮੈਂ ਉਹ ਸਾਰਿਆਂ ਦੀ ਇੱਕ ਬੋਤਲ ਬਣਾ ਕੇ ਰੱਖੀ ਹੈਗੀ, ਕਿਹਦੇ ਵਿੱਚ ਕੀ ਹੈ, ਕਿਹਦੇ 'ਚ ਕੀ ਨਹੀਂ। ਮੇਰਾ ਇੱਕ ਆਪਣਾ ਤਜਜ਼ੀਆ ਤਜਰਬਾ ਹੁੰਦਾਗਾ ਮਰਦਮ ਸ਼ਨਾਸੀ ਦਾ। ਮੇਰੇ ਕੋਲ ਇੱਕ ਆਪਣਾ ਇੱਕ ਤਰੀਕਾਕਾਰ, ਇੱਕ ਫਾਰਮੂਲਾ ਹੈਗਾ ਕਿ ਮੈਂ ਲੋਕਾਂ ਨੂੰ ਕਿੰਝ ਪੜ੍ਹਨਾ ਆ। ਯਾਰ ਡੋਗਰ ਦੇ ਅੰਦਰ 1000 ਹਾਮੀਆਂ ਹੋਣਗੀਆਂ, ਬਸ਼ਰੀ ਤਕਾਜ਼ਾ ਹੋਣ ਦੇ ਨਾਤੇ ਪਤਾ ਨਹੀਂ ਕਿੰਨੀਆਂ ਗੁਨਾਹਾਂ ਦਾ ਮਜਬੂਆ ਹੋਵੇਗਾ। ਲੇਕਿਨ ਸੱਚੀ ਗੱਲ ਤੁਹਾਨੂੰ ਦੱਸਾਂ, ਬਾਖੁਦਾ ਮੇਰੀ ਕੋਈ ਲਾਲਚ ਨਹੀਂ, ਨਾ ਕਦੇ ਮੁਲਾਕਾਤ ਹੋਈ ਹੈਗੀ ਉਹਦੇ ਨਾਲ। ਲੇਕਿਨ ਬੰਦਾ ਉਹ ਬੜਾ ਨਰਜ ਹੈ, ਬੰਦਾ ਮਾੜਾ ਨਹੀਂ ਹੈ, ਬੰਦਾ ਖਰਾ ਇਨਸਾਨ ਹੈਗਾ। ਖਰੇ ਬੰਦੇ ਦੀ ਜਿਹੜੀ ਹੈਗੀ ਨਾ, ਉਹਦੀ ਗੱਲ ਤੇ ਉਹਦਾ ਟੱਕ ਹੀ ਵੱਖਰਾ ਹੁੰਦਾਗਾ। ਜਿਹੜਾ ਬੰਦਾ ਮੁਨਾਫਿਕ ਹੋਵੇ, ਜਿਹੜਾ ਬੰਦਾ ਗੁੱਝਿਆ ਹੋਵੇ, ਜਿਹੜਾ ਬੰਦਾ ਇੱਧਰ ਇੱਧਰ ਦੀ ਕਰਕੇ ਕਰੇ ਨਾ, ਉਹ ਵੈਸੇ ਹੀ ਇੱਧਰ ਹੱਥ ਕੱਢ ਕੇ ਤੁਸੀਂ ਦੂਜੇ ਪਾਸੇ ਜਿੰਨਾ ਵੀ ਟੋਲਾ ਹੈਗਾ ਨਾ, ਤੁਸੀਂ ਸਾਰਿਆਂ ਦੀ ਫੇਸ ਰੀਡਿੰਗ ਪੜ੍ਹ ਲਓ, ਗੱਲ ਕਰਦੇ ਆ, ਉਹਨਾਂ ਦੇ ਖਲੋਣ ਦੇ ਸਟਾਈਲ ਪੜ੍ਹ ਲਓ, ਤੁਹਾਨੂੰ ਬੇਈਮਾਨ ਬੰਦੇ ਦੀ ਬੇਈਮਾਨੀ ਜਿਹੜੀ ਹੈਗੀ ਨਾ, ਉਹਦੇ ਖਲੋਣ ਦੇ, ਬਹਿਣ ਦੇ ਸਟਾਈਲ ਤੋਂ ਪਤਾ ਚੱਲ ਜਾਏਗੀ। ਤੁਸੀਂ ਡੋਗਰ ਨੂੰ ਕਿਸੇ ਜਗ੍ਹਾ ਤੇ ਗੱਲ ਕਰਦੇ ਵੇਖ ਲਓ, ਤੁਹਾਨੂੰ ਪਤਾ ਚੱਲੇਗਾ ਵਾਕਈ ਕੋਈ ਜਣਾ ਲਲਕਰ ਕੇ ਗੱਲ ਕਰ ਰਿਹਾ। ਇੱਕ ਹੋਰ ਚੀਜ਼, ਕਈ ਬੜੇ ਬੜੇ ਝੂਠੇ ਵੀ ਬੜੀ ਬੜੀ ਲਲਕਰ ਕੇ ਗੱਲ ਕਰਦੇ ਜੇ, ਉਹਨਾਂ ਨਾਲ ਵੀ ਪਤਾ ਲੱਗ ਜਾਂਦਾ ਹੈ। ਕਿਉਂਕਿ ਬੰਦਾ ਜਦੋਂ ਗੱਲ ਕਰ ਰਿਹਾ ਹੁੰਦਾ ਹੈ ਨਾ, ਉਹਦੀ ਗੱਲ ਦੀ ਜਿਹੜੀ ਸ਼ੀਰੀ ਹੈਗੀ, ਉਹਦੀ ਗੱਲ ਦੀ ਜਿਹੜੀ ਤਸੀਰ ਹੈਗੀ ਨਾ, ਉਹਦੇ ਤੋਂ ਪਤਾ ਚੱਲ ਜਾਂਦਾ ਵੀ ਬੰਦਾ ਇੱਥੋਂ ਜਾਂ ਬੋਲ ਰਿਹਾਗਾ ਜਾਂ ਇੱਥੋਂ ਬੋਲ ਰਿਹਾਗਾ। ਸਾਡੇ ਕੋਲ ਕਿਹੜੀ ਗਿੱਦੜ ਸਿੰਘੀ ਏ, ਸਾਡੇ ਕੋਲ ਕਿਹੜਾ ਫਾਰਮੂਲਾ ਵੀ ਸਾਨੂੰ ਪਤਾ ਲੱਗੇ ਡੋਗਰ ਚੰਗਾ ਜਾਂ ਬਾਬੂ ਭਾਈ ਚੰਗੇ ਨੇ। ਬਈ ਇਸ ਤਰ੍ਹਾਂ ਦੇ ਕੰਮਾਂ 'ਚ ਬੰਦਾ ਸਕੇ ਭਰਾ ਦੀ ਗਰੰਟੀ ਦੇ ਸਕਦਾ, ਡੋਗਰ ਦੀ ਗਰੰਟੀ ਕੌਣ ਦੇ? ਸਾਨੂੰ ਨਹੀਂ ਪਤਾ ਵੀ ਡੋਗਰ ਕਿੰਨੀ ਕਰਪਸ਼ਨ ਕਰਦਾ, ਕਿੰਨੀ ਨਹੀਂ ਕਰਦਾ। ਸਾਨੂੰ ਇਹ ਵੀ ਨਹੀਂ ਪਤਾ ਵੀ ਡੋਗਰ ਦਿਹਾੜੀ ਕਿੰਨਿਆਂ ਲੋਕਾਂ ਨੂੰ ਮੁੱਛਦਾਗਾ। ਸਾਨੂੰ ਇਹ ਵੀ ਨਹੀਂ ਪਤਾ ਵੀ ਡੋਗਰ ਨੇ ਕਿੰਨਿਆਂ ਕੁ ਲੋਕਾਂ ਨੂੰ ਟੀਕੇ ਲਾਏਣਗੇ। ਲੇਕਿਨ ਸਾਨੂੰ ਇੱਕ ਗੱਲ ਦਾ ਜ਼ਰੂਰ ਪਤਾ ਹੈ, ਉਹ ਕਿਹੜੀ, ਕਿ ਬਾਬੂ ਭਾਈ ਜੇ ਤੁਸੀਂ ਹੁੰਦੇ ਚੰਗੇ, ਜੇ ਤੁਸੀਂ ਹੁੰਦੇ ਖਾਨਦਾਨੀ, ਤੇ ਫਿਰ ਤੁਸੀਂ ਆਪਣੀਆਂ ਰਵਾਇਤ ਨੂੰ ਬਰਕਰਾਰ ਰੱਖਦੇ ਹੋਇਆ ਜਦੋਂ ਲੋਕਾਂ ਨੇ ਅਲੱਗ ਹੋਣਾ ਹੋਵੇ ਨਾ, ਬੜੇ ਚੰਗੇ ਤਰੀਕੇ ਨਾਲ ਅਲੱਗ ਹੁੰਦੇ ਨੇਗੇ। ਤੁਸੀਂ 4 ਬੰਦੇ ਭਾਲੋ ਆ, ਜਾਂ ਤੁਸੀਂ ਆਪ ਬਹੋ ਆ, ਕਹੋ ਆ ਹਜ਼ੂਰ ਤੁਹਾਡੇ ਨਾਲ 12 ਸਾਲ 14 ਸਾਲ 16 ਸਾਲ ਡਲ ਕੇ ਕੰਮ ਕੀਤਾਗਾ, ਬੜਾ ਮਜ਼ਾ ਆਇਆ, ਬੜਾ ਨਾਂ ਕਮਾਇਆ, ਬੜਾ ਪੈਸਾ ਕਮਾਇਆ। ਹੁਣ ਸਾਡਾ ਦਿਲ ਹੈਗਾ ਵੀ ਉਹ ਉੱਥੇ ਜੇ ਕਰਕੇ ਨਾ ਅਸੀਂ ਆਪਣਾ ਸ਼ੋਰੂਮ ਬਣਾ ਲਈਏ ਬਸ। ਤੇ ਜੇ ਤੁਸੀਂ ਤਲਹੀ ਨਾਲ ਵੀ ਅਲੱਗ ਹੋਣਾ ਸੀ ਨਾ, ਫਿਰ ਵੀ ਉਹਨੂੰ ਸਾਊਦੀ ਅਰਬ ਭੇਜਣ ਤੋਂ ਪਹਿਲੇ ਪਾਕਿਸਤਾਨ ਵਿੱਚ ਹੀ ਤੁਸੀਂ ਕਹਿਣਾ ਸੀ, ਭਾਈ ਤੂੰ ਸਾਨੂੰ ਗਾਲਾਂ ਕੱਢਣੇਗਾ, ਤੂੰ ਲੋਕਾਂ ਨੂੰ ਛਿੱਲ ਲਾਣੇਗਾ, ਤੂੰ ਚੰਗਾ ਨਹੀਂ ਕਰਦਾ ਹੈ, ਅਸੀਂ ਤੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ। ਐਵੇਂ ਇਹ ਹੁੰਦਾ ਕਿ ਤਰੀਕਾਕਾਰ। ਤੇ ਦੂਜੀ ਗੱਲ, ਜੇ ਡੋਗਰ ਕਿਸੇ ਨਾਲ ਜ਼ਿਆਦਤੀ ਕਰਦਾ ਸੀ ਨਾ, ਚਲੋ ਕਿਸੇ ਇੱਕ ਅੱਧਾ ਕੋ ਬੋਲ ਪਵੇ, ਯਾਰ ਮੇਰੇ ਨਾਲ ਜ਼ਿਆਦਤੀ ਹੋਈ ਹੈਗੀ, ਮੇਰੇ ਨਾਲ ਡੋਗਰ ਮੈਨੂੰ ਗਾਲ ਕੱਢੀ ਜਾਏਗੀ, ਮੇਰੇ ਨਾਲ ਮਾੜਾ ਕੀਤਾਗਾ, ਉਹ ਮੇਰੇ ਨਾਲ ਬਦਤਮੀਜ਼ੀ ਕਰ ਗਿਆਗਾ, ਉਹ ਮੇਰੇ ਪੈਸੇ ਖਾ ਗਿਆ, ਮੇਰੇ ਨਾਲ ਇੰਜ ਕਰ ਗਿਆ, ਮੇਰੇ ਨਾਲ ਉਂਝ ਕਰ ਗਿਆ। ਜਿਹੜਾ ਤੁਹਾਡਾ 5 ਦਾ ਟੋਲਾ ਯਕਦਮ ਅਲੱਗ ਹੋਇਆਗਾ ਨਾ, ਉਹਨੂੰ ਬਾਹਰ ਭੇਜਣ ਤੋਂ ਬਾਅਦ ਇਹਦੇ ਤੋਂ ਮਹਿਸੂਸ ਹੁੰਦਾ ਕਿ ਹਾਦਸਾ ਯਕਦਮ ਨਹੀਂ ਹੋਇਆ, ਬਲਕਿ ਇਹਦੇ ਪਿੱਛੇ ਕੋਈ 2 4 6 ਮਹੀਨੇ ਦੀ ਪੁਰਾਣੀ ਸਾਜ਼ਿਸ਼ ਸੀ। ਤੁਹਾਡਾ ਕੋਈ WhatsApp ਗਰੁੱਪ ਸੀ ਜਿੱਥੇ ਤੁਸੀਂ ਸਾਰੇ ਪ੍ਰੋਪੇਗੈਂਡੇ ਮਿਲ ਕੇ ਕਰ ਰਹੇ ਸੀ, ਪਰ ਇਹ ਤੁਹਾਡੀਆਂ ਕੀ ਕਸਮਾਂ ਕੁਰਾਨਾਂ ਹੋਈਆਂ ਹੋਣਗੀਆਂ। ਸਰਕਾਰ ਇੰਜ ਗੱਲ ਨਹੀਂ ਬਣਦੀ ਹੈ। ਜੋ ਮਹਿਸੂਸ ਹੋਇਆਗਾ, ਜੋ ਵੇਖਿਆਗਾ, ਬਾਹ ਖੁਦਾ ਕਰਕੇ ਕਹਿ ਰਿਹਾ ਨਾ, ਡੋਗਰ ਨਾਲ ਤਲਕ ਕੇ ਉਹਨੇ ਆਪਣੀ ਕਬਰ ਜਾਣਾ, ਅਸੀਂ ਆਪਣੀ ਕਬਰ ਜਾਣਾਗਾ। ਲੇਕਿਨ ਇੱਕ ਖਰੇ ਬੰਦੇ ਨਾਲ, ਯਾਰ ਉਸ ਬੰਦੇ ਦਾ ਮੈਂ ਉਦੋਂ ਦਾ ਮੈਂ ਸ਼ਦਾਈ ਹੋ ਗਿਆ ਸੀ ਜਦੋਂ ਵੇਖੋ ਨਾ ਬੰਦੇ ਦੀ ਇੰਨੀ ਲਹਿਰ ਪੈ ਰਹੇਗੀ, ਬੰਦੇ ਕੋਲ ਇੰਨੀਆਂ ਗੱਡੀਆਂ, ਲੈਂਡ ਕਰੂਜ਼ਰਾਂ, ਪ੍ਰਾਡੋ ਨੇ, ਕਰੋੜਪਤੀ ਹੈ, ਅਰਬਪਤੀ ਹੈਗਾ। ਜਦੋਂ ਬੰਦਾ ਜਦੋਂ ਵੀ ਗੱਲ ਸਟਾਰਟ ਕਰਦਾ ਹੈ ਨਾ, ਕਹਿੰਦਾ ਯਾਰ ਮੈਂ ਇੱਕ ਟੈਕਸੀ ਚਲਾਉਂਦਾ ਹੁੰਦਾ ਸੀ, ਮੈਂ ਬੰਦੇ ਢੋਂਦਾ ਹੁੰਦਾ ਸੀ 200 ਤੇ 50 ਤੇ 20 ਤੇ 30 ਤੇ ਸਿਆਰੀ, ਮੈਨੂੰ ਰੱਬ ਨੇ ਇੱਥੇ ਪਹੁੰਚਾਇਆ।
ਜਿਹੜਾ ਬੰਦਾ ਆਪਣੇ ਮਾਜ਼ੀ ਨੂੰ ਯਾਦ ਰੱਖੇ ਨੇ, ਯਾਦ ਰੱਖਿਓ ਉਹ ਬੰਦਾ ਮੁਤਕੱਬਰ ਨਹੀਂ ਹੈ, ਉਹ ਬੰਦਾ ਗਰੂਰ ਵਾਲਾ ਨਹੀਂ ਹੈ, ਉਹ ਬੰਦਾ ਆਜਿਜ਼ ਇਨਸਾਨ ਹੈਗਾ। ਲੇਕਿਨ ਤੁਸੀਂ ਜੋ ਕੀਤਾਗਾ ਬਾਖੁਦਾ ਤੁਸੀਂ ਬਹੁਤ ਮਾੜਾ ਕੀਤਾਗਾ, ਔਰ ਮਾੜਾ ਤੁਸੀਂ ਉਹਦੇ ਨਾਲ ਨਹੀਂ ਕੀਤਾ ਬਲਕਿ ਆਪਣੇ ਆਪ ਨਾਲ ਤੁਸੀਂ ਮਾੜਾ ਕੀਤਾਗਾ। ਮੀਆਂ ਸਾਹਿਬ ਫਰਮਾਇਆ ਸੀ ਕਿ ਚੰਗਿਆਂ ਦੇ ਲੜ ਲੱਗੀਏ ਤੇ ਝੋਲੀ ਪੈਂਦੇ ਫੁੱਲ, ਮੰਦਿਆਂ ਦੇ ਲੜ ਲੱਗੀਏ ਤੇ ਅਗਲੇ ਵੀ ਜਾਂਦੇ ਢੁੱਲ। ਡੋਗਰ ਤੇਰੇ ਫੁੱਲ ਬੇਸ਼ੱਕ ਰੁੜ ਗਿਣਗੇ, ਲੇਕਿਨ ਮੇਰਾ ਇਹ ਮੰਨਣਾ ਕਿ ਜ਼ਿੰਦਗੀ 'ਚ ਤੁਹਾਡੇ ਨਾਲ ਜਿੰਨੇ ਤੋਂ ਜਿੰਨਾ ਵੱਡਾ ਵੀ ਹਾਦਸਾ ਹੋ ਜੇ ਨਾ, ਉਹ ਬੇਸ਼ੱਕ ਤੁਹਾਡਾ ਨੁਕਸਾਨ ਤੇ ਹੋ ਗਿਆ ਹੈ, ਲੇਕਿਨ ਉਹ ਨੁਕਸਾਨ ਨਾਲੋਂ ਜ਼ਿਆਦਾ ਜਿਹੜਾ ਤੁਹਾਨੂੰ ਸਬਕ ਮਿਲ ਗਿਆ ਹੈ, ਤੁਹਾਨੂੰ ਜਿਹੜੀ ਡਿਗਰੀ ਮਿਲ ਗਈ ਹੈਗੀ, ਤੁਸੀਂ ਜਿਹੜੀ ਯੂਨੀਵਰਸਿਟੀ ਦੀ ਡਿਗਰੀ ਹਾਸਲ ਕਰ ਲਈ ਹੈਗੀ ਨਾ, ਉਸ ਨੁਕਸਾਨ ਨਾਲੋਂ ਉਸ ਡਿਗਰੀ ਦੀ ਕੀਮਤ ਜ਼ਿਆਦਾ ਗਈ। ਮੈਨੂੰ ਉਮੀਦ ਹੈ ਕਿ ਡੋਗਰ ਜਿਹੜਾ ਤੈਨੂੰ ਹੱਥ ਲੱਗ ਗਿਆ ਹੈਗਾ ਨਾ, ਆਇੰਦਾ ਇਨਸ਼ਾਅੱਲਾ ਜ਼ਿੰਦਗੀ 'ਚ ਤੂੰ ਮਾਰ ਨਹੀਂ ਖਾਣਾਗਾ ਹੈ ਯਾਰ। ਦੂਜੇ ਪਾਸੇ ਜਿਹੜੇ ਲੋਕ ਨੇ, ਮੇਰੀ ਉਹਨਾਂ ਨਾਲ ਵੀ ਕੋਈ ਜ਼ਾਤੀ ਅਨਾਹਤ ਨਹੀਂ ਹੈ, ਮੈਂ ਉਹਨਾਂ ਨੂੰ ਜਾਣਦਾ ਨਹੀਂ ਪਹਿਚਾਣਦਾ ਨਹੀਂ, ਲੇਕਿਨ ਚੂੰਕਿ ਸਾਰੀਆਂ ਗੱਲਾਂ ਸੁਣੀਆਂ ਨੇ ਕਿ ਕੌਣ ਹੈ ਸੀ 12 12 15 15 16 16 18 18 ਸਾਲ ਇਕੱਠਿਆਂ ਰਲ ਕੇ ਕੰਮ ਕੀਤਾਗਾ, ਔਰ ਹਜ਼ਾਰਾਂ ਵਾਰੀ ਬਹਿ ਕੇ ਖਾਣਾ ਖਾਦਾ ਹੋਵੇਗਾ, ਔਰ ਸੈਂਕੜਾਂ ਵਾਰੀ ਇਕੱਠਿਆਂ ਸਫ਼ਰ ਕੀਤੇ ਹੋਣਗੇ, ਇੱਕ ਦੂਜੇ ਦੇ ਘਰਾਂ 'ਚ ਵੀ ਜਾਣਾ ਆਣਾ ਹੋਵੇਗਾ। ਯਾਰ ਜਿਹੜੇ ਲੋਕ ਖਾਨਦਾਨੀ ਹੁੰਦੇ ਨੇ ਨਾ, ਜਿਹੜੇ ਲੋਕ ਨਸਲੀ ਹੁੰਦੇ ਨੇਗੇ, ਉਹ ਤਾਂ ਕਦੇ ਇੱਕ ਡੰਗ ਕਿਸੇ ਦੇ ਕੋਲ ਬਹਿ ਕੇ 2 ਭੋਰੇ ਰੋਟੀ ਤੇ ਲਾ ਲੈਣ, ਉਹ ਲੋਕ ਆਪਣੀ ਰਵਾਇਤ ਨੂੰ ਨਹੀਂ ਭੁੱਲਦੇ। ਉਹ ਲੋਕ ਜਿਹੜਾਗਾ ਉਸ ਖਾਦੇ 'ਚ ਜਿਹੜਾਗਾ ਨਾ ਉਹ ਛਿਦ ਨਹੀਂ ਕਰਦੇ ਐ। ਉਹ ਲੋਕ ਉਸ ਖਾਣੇ ਦਾ, ਉਸ ਪਾਣੀਆਂ ਦਾ ਸਾਦਾ ਗਲਾਸ ਪੀਤੇ ਆਵੇ, ਲੋਕ ਉਹਦਾ ਵੀ ਮੁੱਲ ਰੱਖ ਲੈਂਦੇ ਨੇਗੇ। ਤੁਸੀਂ ਜਿੰਨੇ ਵੀ ਜਣੇ ਲੱਗ ਹੋਇਓਗੇ, ਬੜੇ ਕੋਈ 20 25 ਦਾ ਟੋਲਾ ਬਣ ਕੇ ਇਹਨਾਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕਿ ਕਿਸੇ ਡੋਗਰ ਨੂੰ ਗੁੱਠੇ ਲਾਉਣ ਦੀ ਕੋਸ਼ਿਸ਼ ਕਰੀਏ। ਜਦ ਤੱਕ ਯਾਦ ਰੱਖਿਓ ਮੇਰਾ ਮਾਲਕ ਡੋਗਰ ਨੂੰ ਗੁੱਠੇ ਨਾ ਲਾਏ ਤੇ ਡੋਗਰ ਨੂੰ ਦੁਨੀਆ ਦੀ ਕੋਈ ਤਾਕਤ ਗੁੱਠੇ ਨਹੀਂ ਲਾ ਸਕਦੀ। ਇਹ ਅਮਰੀਕਾ ਇਸਰਾਈਲ ਇਰਾਨ ਦੀ ਜੰਗ ਸਾਡੇ ਵਾਸਤੇ ਬਹੁਤ ਬੜਾ ਸਬਕ ਹੈ। ਪੂਰੀ ਦੁਨੀਆ ਦੀਆਂ ਤਾਕਤਾਂ ਇਕੱਠੀਆਂ ਹੋ ਗਈਆਂ ਕਿ ਅਸੀਂ ਡੁੰਗ ਛੱਡੀਏ ਇਹਨੂੰ ਇਰਾਨ ਨੂੰ, ਲੇਕਿਨ ਵੇਖ ਲਓ ਮੇਰੇ ਮਾਲਕੇ ਕਾਇਨਾਤ ਨੇ ਹਰ ਬੰਦੇ ਦੇ ਹੱਥ 'ਚ, ਕੋਈ ਕਮਜ਼ੋਰ ਵੀ ਹੈਗਾ ਨਾ, ਜਿੰਨਾ ਵੀ ਕਮਜ਼ੋਰ ਹੈ ਉਹਦੇ ਹੱਥ 'ਚ ਅੱਲਾਹ ਪਾਕ ਨੇ ਕੋਈ ਨਾ ਕੋਈ ਐਸੀ ਤਾਕਤ ਦੀ ਸ਼ਾਇਦ ਜ਼ਰੂਰ ਦਿੱਤੀ ਹੁੰਦੀ ਹੈਗੀ ਕਿ ਉਹ ਤਾਕਤਵਰ ਨੂੰ ਕਾਊਂਟਰ ਕਰ ਸਕੇ। ਵੇਖ ਲਓ ਉਹਦੇ ਹੱਥ ਅੱਲਾਹ ਪਾਕ ਨੇ ਕੋਈ ਇੰਨਾ ਜਿਹਾ ਰਾਹ ਹੀ ਰੱਖਿਆ ਸੀ ਪਾਣੀਆਂ ਦਾ, ਆ ਬਣਾਏ ਹਰਮਜ਼, ਲੇਕਿਨ ਉਹਨੇ ਪੂਰੀ ਦੁਨੀਆ ਨੂੰ ਦੱਸ ਛੱਡਿਆ ਕਿ ਪੁੱਤਰ ਤੁਸੀਂ ਜਿੰਨੇ ਵੀ ਤਗੜੇ ਹੋਗੇ ਨਾ, ਤੁਸੀਂ ਲੰਘਣਾ ਮੇਰੇ ਬੂਹੇ ਗੁਈਆਗਾ। ਇਹ ਰੱਬ ਦੀ ਦੇਣ ਹੁੰਦੀ ਹੈਗੀ, ਇਸ ਗੱਲੇ ਡੋਗਰ ਪਰੇਸ਼ਾਨ ਨਹੀਂ ਹੋਣਾ ਹੈ। ਤੇਰੇ ਮੁਖਾਲਫਾਂ ਨੇ ਡੋਗਰ ਜਿੰਨੀ ਢਿੱਲ ਲਾਈ ਹੈਗੀ ਨਾ, ਤੈਨੂੰ ਨੀਵਿਆਂ ਕਰਨ ਵਾਸਤੇ, ਤੇਰਾ ਸਾਰਾ ਲਫਾਣ ਵਾਸਤੇ, ਤੈਨੂੰ ਬੇਇੱਜ਼ਤ ਕਰਨ ਵਾਸਤੇ, ਤੈਨੂੰ ਸਮਾਸ਼ਰੇ 'ਚ ਗੰਦਾ ਕਰਨ ਵਾਸਤੇ, ਮੇਰਾ ਈਮਾਨ ਇਹ ਕਹਿੰਦਾਗਾ ਕਿ ਮੇਰਾ ਮਾਲਕੇ ਕਾਇਨਾਤ ਜਿਹੜਾਗਾ ਉਨੀ ਤੇਰੀ ਗੁੱਡੀ ਉੱਚੀ ਚਾੜੇਗਾ ਇਨਸ਼ਾਅੱਲਾ।